वेलकम बैक एवरीवन। आई एम योगेश फ्रॉम यस अकैडमी बठिंडा। लास्ट कुछ लैक्चर्स ਦੇ ਵਿੱਚ ਆਪਾਂ ਸੋਇਲ ਮਕੈਨਿਕਸ ਸਟਾਰਟ ਕੀਤੀ ਸੀ। ਲਾਸਟ ਲੈਕਚਰ 'ਚ ਆਪਾਂ ਇਹ ਪੜਿਆ ਸੀ ਵੀ ਨਿਊਮੈਰੀਕਲਸ ਕਿਵੇਂ ਸੋਲਵ ਕਰਨੇ ਆ ਸੋਇਲ ਪ੍ਰੋਪਰਟੀਜ਼ ਦੇ ਉੱਪਰ। ਅੱਜ ਜਿਹੜਾ ਆਪਾਂ ਟੌਪਿਕ ਸ਼ੁਰੂ ਕਰਨਾ ਹੈ ਦੈਟ ਇਜ਼ ਕੰਸਿਸਟੈਂਸੀ ਲਿਮਿਟਸ। ਕੰਸਿਸਟੈਂਸੀ ਲਿਮਿਟਸ ਨੂੰ ਆਪਾਂ ਅਟਰਬਰਗ ਲਿਮਿਟਸ ਵੀ ਬੋਲ ਸਕਦੇ ਹਾਂ। ਅਟਰਬਰਗ ਲਿਮਿਟਸ ਇਹਨੂੰ ਤਾਂ ਬੋਲਦੇ ਨੇ ਕਿਉਂਕਿ ਇਹ ਸਭ ਤੋਂ ਪਹਿਲਾਂ ਅਟਰਬਰਗ ਨੇ ਇਨਵੈਂਟ ਕੀਤੀਆਂ ਸੀਗੀਆਂ। ਅਟਰਬਰਗ ਨੇ ਇਹ ਟਰਮ ਦਿੱਤੀ ਸੀ ਸਭ ਤੋਂ ਪਹਿਲਾਂ। ਕੰਸਿਸਟੈਂਸੀ ਲਿਮਿਟਸ ਸਮਝਣ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਵੀ ਕੰਸਿਸਟੈਂਸੀ ਵਰਡ ਦਾ ਕੀ ਮਤਲਬ ਹੁੰਦਾ ਹੈ। ਕੰਸਿਸਟੈਂਸੀ ਦਾ ਮਤਲਬ ਹੁੰਦਾ ਹੈ ਡਿਗਰੀ ਆਫ ਫਰਮਨੈਸ। ਡਿਗਰੀ ਆਫ ਫਰਮਨੈਸ ਤੋਂ ਕੀ ਮਤਲਬ ਹੈ ਵੀ ਕੋਈ ਵੀ ਸੋਇਲ ਨੂੰ ਜਦੋਂ ਆਪਾਂ ਟੱਚ ਕਰਦੇ ਹਾਂ, ਜਦੋਂ ਆਪਾਂ ਹੱਥ ਵਿੱਚ ਪਕੜਦੇ ਹਾਂ ਤਾਂ ਆਪਾਂ ਨੂੰ ਹੱਥ ਉੱਪਰੋਂ ਕਿੰਨੀ ਕੁ ਫਰਮ ਲੱਗਦੀ ਹੈ ਜਾਂ ਕਿੰਨੀ ਕੁ ਹਾਰਡ ਲੱਗਦੀ ਹੈ। ਜੇ ਸੋਇਲ ਫਰਮ ਲੱਗੂਗੀ, ਸਮੂਥ ਲੱਗੂਗੀ, ਯਾਨੀ ਕਿ ਉਹਦੇ ਵਿੱਚ ਕਲੇ ਕੰਟੈਂਟ ਜ਼ਿਆਦਾ ਹੋਊਗਾ। ਜੇ ਸੋਇਲ ਆਪਾਂ ਨੂੰ ਹੱਥ ਉੱਪਰ ਹਾਰਡ ਲੱਗੂਗੀ, ਥੋੜੀ ਜਿਹੀ ਗ੍ਰੈਨੂਲਰ ਲੱਗੂਗੀ, ਦਾਣੇ ਵਗੈਰਾ ਫੀਲ ਹੋਣਗੇ, ਤਾਂ ਉਸ ਕੇਸ 'ਚ ਉਹਦੇ ਵਿੱਚ ਸੈਂਡੀ ਕੰਟੈਂਟ ਜ਼ਿਆਦਾ ਹੋਊਗਾ ਜਾਂ ਗ੍ਰੇਵਲ ਕੰਟੈਂਟ ਕੀ ਹੋਊਗਾ, ਜ਼ਿਆਦਾ ਹੋਊਗਾ। ਕੰਸਿਸਟੈਂਸੀ ਲਿਮਿਟਸ ਨੂੰ ਸਮਝਣ ਤੋਂ ਪਹਿਲਾਂ ਆਪਾਂ ਇੱਕ ਗ੍ਰਾਫ ਸਮਝਦੇ ਹਾਂ। ਕੰਸਿਸਟੈਂਸੀ ਲਿਮਿਟਸ ਨੂੰ ਐਕਸਪਲੇਨ ਕਰਦੇ ਆ ਇਸ ਗ੍ਰਾਫ ਦੇ ਬੇਸ ਦੇ ਉੱਪਰ। ਇਹ ਗ੍ਰਾਫ ਬਣਦਾ ਹੈ ਜਿਹਦੇ ਵਿੱਚ ਆਪਾਂ ਇੱਕ ਸਾਈਡ ਦੇ ਉੱਪਰ ਦਾ ਵੋਲਿਊਮ ਰੱਖਦੇ ਹਾਂ ਤੇ ਦੂਸਰੇ ਸਾਈਡ ਦੇ ਉੱਪਰ ਆਪਾਂ ਵਾਟਰ ਕੰਟੈਂਟ ਰੱਖਦੇ ਹਾਂ। ਇਸ ਸਾਈਡ ਦੇ ਉੱਪਰ ਰੱਖਦੇ ਹਾਂ ਵੋਲਿਊਮ, ਇਸ ਸਾਈਡ ਦੇ ਉੱਪਰ ਆਪਾਂ ਰੱਖਦੇ ਹਾਂ ਵਾਟਰ ਕੰਟੈਂਟ। ਜਦੋਂ ਵਾਟਰ ਕੰਟੈਂਟ 0 ਹੋਊਗਾ ਯਾਨੀ ਕਿ ਸੋਇਲ ਕੰਪਲੀਟਲੀ ਡਰਾਈ ਹੋਊਗੀ, ਡਰਾਈ ਕੇਸ ਹੋਊਗਾ ਉਹ। ਜਦੋਂ ਵੀ ਸੋਇਲ ਦਾ ਐਗਜ਼ੈਕਟਲੀ 0 ਵਾਟਰ ਕੰਟੈਂਟ ਹੋਊਗਾ ਉਸ ਟਾਈਮ ਤੇ ਵੀ ਮੈਨੂੰ ਕੋਈ ਨਾ ਕੋਈ ਵੋਲਿਊਮ ਤਾਂ ਸੋਇਲ ਦਾ ਦੇਖਣ ਨੂੰ ਮਿਲੂਗਾ ਹੀ, ਮਿਨੀਮਮ ਵੋਲਿਊਮ ਹੋਊਗਾ ਜਿਹੜਾ। ਤਾਂ ਉਸ ਸੋਇਲ ਦਾ ਵੋਲਿਊਮ ਕੰਟੀਨਿਊ ਕਰੂਗਾ। ਜਿਵੇਂ ਜਿਵੇਂ ਮੈਂ ਵਾਟਰ ਕੰਟੈਂਟ ਵਧਾਉਂਦਾ ਚਲਾ ਜਾਊਂਗਾ ਵੋਲਿਊਮ ਸੇਮ ਰਹੂਗਾ ਸ਼ੁਰੂ ਦੇ ਵਿੱਚ, ਕਿਉਂਕਿ ਸ਼ੁਰੂ ਦੇ ਵਿੱਚ ਕੀ ਹੋਊਗਾ ਸੋਇਲ ਆਪਣੀਆਂ ਵੋਇਡਸ ਨੂੰ ਵਾਟਰ ਨਾਲ ਫਿਲ ਕਰੂਗੀ। ਯਾਨੀ ਕਿ 0% ਤੋਂ ਲੈ ਕੇ ਕੁਝ ਵਾਟਰ ਕੰਟੈਂਟ ਤੱਕ ਜਿਵੇਂ ਆਪਾਂ ਵਾਟਰ ਐਡ ਕਰਦੇ ਚਲੇ ਜਾਵਾਂਗੇ ਵੋਲਿਊਮ 'ਚ ਕੁਝ ਚੇਂਜ ਨਹੀਂ ਹੋਊਗਾ। ਬਟ ਇੱਕ ਪੁਆਇੰਟ ਇਹੋ ਜਿਹਾ ਆਊਗਾ ਜਿੱਥੇ ਜਾ ਕੇ ਸੋਇਲ ਦੀਆਂ ਸਾਰੀਆਂ ਵੋਇਡਸ ਪੂਰੀ ਤਰ੍ਹਾਂ ਨਾਲ ਵਾਟਰ ਨਾਲ ਫਿਲ ਹੋ ਜਾਣਗੀਆਂ। ਇਸ ਪੁਆਇੰਟ ਤੋਂ ਬਾਅਦ ਕੀ ਹੋਊਗਾ, ਜੇ ਤੁਸੀਂ ਹੋਰ ਵਾਟਰ ਐਡ ਕਰੋਗੇ ਤਾਂ ਉਹ ਵਾਟਰ ਸੋਇਲ ਦੇ ਉੱਪਰ ਫਲੋਟ ਕਰਨਾ ਸ਼ੁਰੂ ਕਰ ਦੂਗਾ, ਜਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਉਹਦੇ ਨਾਲ ਹੁਣ ਸੋਇਲ ਦਾ ਵੋਲਿਊਮ ਇਨਕਰੀਜ਼ ਹੋਣ ਲੱਗ ਚੁੱਕਾ। ਕਿਵੇਂ? ਹੁਣ ਇਸ ਤੋਂ ਬਾਅਦ ਜਿਵੇਂ ਮੈਂ ਵਾਟਰ ਕੰਟੈਂਟ ਇਨਕਰੀਜ਼ ਕਰੂੰਗਾ ਨਾਲ ਦੀ ਨਾਲ ਮੇਰਾ ਵੋਲਿਊਮ ਵੀ ਕੀ ਹੋਣਾ ਸ਼ੁਰੂ ਹੋ ਜਾਊਗਾ, ਇਨਕਰੀਜ਼ ਹੋਣਾ ਸ਼ੁਰੂ ਹੋ ਜਾਊਗਾ। ਜਿਵੇਂ ਜਿਵੇਂ ਵਾਟਰ ਕੰਟੈਂਟ ਵਧਾਉਂਗੇ ਵੋਲਿਊਮ ਵੀ ਇਨਕਰੀਜ਼ ਹੁੰਦਾ ਚਲਾ ਜਾਊਗਾ। ਜੇ ਆਪਾਂ ਇਹ ਦੇਖੀਏ ਵੀ ਸੋਇਲ ਦੇ ਉੱਪਰ ਇਸ ਚੀਜ਼ ਨਾਲ ਕੀ ਫਰਕ ਪਊਗਾ ਤਾਂ ਉਹ ਵੀ ਆਪਾਂ ਦੇਖ ਸਕਦੇ ਹਾਂ। ਸ਼ੁਰੂ ਦੇ ਵਿੱਚ ਸੋਇਲ ਕੀ ਹੋਊਗੀ, ਇੱਕ ਹਾਰਡ ਸੋਲਿਡ ਦੀ ਸ਼ੇਪ 'ਚ ਹੋਊਗੀ। ਯਾਨੀ ਕਿ ਇਸ ਫੇਜ਼ ਦੇ ਵਿੱਚ ਸੋਇਲ ਕੀ ਹੋਊਗੀ, ਪੂਰੀ ਤਰ੍ਹਾਂ ਨਾਲ ਸੋਲਿਡ ਹੋਊਗੀ, ਸੋਲਿਡ। ਕੋਈ ਉਹਦੇ ਉੱਤੇ ਜੇ ਵਾਟਰ ਐਡ ਕਰਦੇ ਰਹੋਗੇ ਤਾਂ ਉਹਨੂੰ ਕੋਈ ਫਰਕ ਨਹੀਂ ਪਊਗਾ ਸੋਇਲ ਨੂੰ। ਜਿਵੇਂ ਹੀ ਇਸ ਪੁਆਇੰਟ ਤੋਂ ਬਾਅਦ ਤੁਸੀਂ ਹੋਰ ਵਾਟਰ ਐਡ ਕਰਨਾ ਸ਼ੁਰੂ ਕੀਤਾ, ਜਿਵੇਂ ਹੀ ਇਸ ਤੋਂ ਬਾਅਦ ਹੋਰ ਵਾਟਰ ਐਡ ਕਰੋਗੇ ਤਾਂ ਹੁਣ ਸੋਇਲ ਦਾ ਸੋਲਿਡ ਨੇਚਰ ਥੋੜਾ ਥੋੜਾ ਵੀਕ ਹੋਣਾ ਸ਼ੁਰੂ ਹੋ ਜਾਊਗਾ। ਯਾਨੀ ਕਿ ਇਸ ਤੋਂ ਬਾਅਦ ਸੋਇਲ ਸੈਮੀ ਸੋਲਿਡ ਕੰਡੀਸ਼ਨ 'ਚ ਕਨਵਰਟ ਹੋ ਜੂਗੀ। ਸੈਮੀ ਸੋਲਿਡ ਕੰਡੀਸ਼ਨ 'ਚ ਕਨਵਰਟ ਹੋ ਜੂਗੀ। ਜਿਵੇਂ ਸੋਇਲ ਸੈਮੀ ਸੋਲਿਡ ਕੰਡੀਸ਼ਨ 'ਚ ਕਨਵਰਟ ਹੋਊਗੀ ਉਸ ਤੋਂ ਬਾਅਦ ਇਹੋ ਜਿਹੀ ਬਾਉਂਡਰੀ ਕੰਟੈਂਟ ਆਊਗਾ, ਕੋਈ ਇੱਕ ਵਾਟਰ ਕੰਟੈਂਟ ਐਦਾਂ ਦਾ ਹੋਊਗਾ ਵੀ ਜਿਸ ਤੋਂ ਬਾਅਦ ਜੇ ਤੁਸੀਂ ਹੋਰ ਵਾਟਰ ਐਡ ਕਰੋਗੇ ਤਾਂ ਹੁਣ ਸੋਇਲ ਦੀ ਸਟਰੈਂਥ ਸੈਮੀ ਸੋਲਿਡ ਨਾਲੋਂ ਵੀ ਘਟ ਜੂਗੀ। ਸੋਇਲ ਸੈਮੀ ਸੋਲਿਡ ਤੋਂ ਵੀ ਕੀ ਹੋ ਜੂਗੀ, ਵੀਕ ਹੋ ਜੂਗੀ। ਜਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਹੁਣ ਸੋਇਲ ਪਲਾਸਟਿਕ ਹੋਣੀ ਸ਼ੁਰੂ ਹੋ ਜੂਗੀ। ਪਲਾਸਟਿਕ ਤੋਂ ਮਤਲਬ ਕੀ ਹੈ, ਸੋਇਲ ਕੈਨ ਬੀ ਈਜ਼ੀਲੀ ਡਿਫਾਰਮਡ। ਈਜ਼ੀਲੀ ਡਿਫਾਰਮ ਕਰ ਸਕਦੇ ਹਾਂ ਸੋਇਲ ਨੂੰ, ਈਜ਼ੀਲੀ ਉਹਦੇ ਵਿੱਚ ਆਪਾਂ ਡਿਫਾਰਮੇਸ਼ਨ ਇੰਡਿਊਸ ਕਰ ਸਕਦੇ ਹਾਂ। ਕਲੀਅਰ? ਜਿਵੇਂ ਪਲਾਸਟਿਕ ਕੰਟੈਂਟ ਦੇ ਵਿੱਚ ਐਂਟਰ ਕਰੂਗੀ, ਪਲਾਸਟਿਕ ਵਾਲੀ ਸਟੇਜ 'ਚ ਐਂਟਰ ਕਰੂਗੀ, ਜੇ ਆਪਾਂ ਹੋਰ ਵਧਾਉਂਦੇ ਚਲੇ ਗਏ ਆਪਣੇ ਵਾਟਰ ਕੰਟੈਂਟ ਨੂੰ, ਹੋਰ ਜ਼ਿਆਦਾ ਇਨਕਰੀਜ਼ ਕਰਦੇ ਚਲੇ ਗਏ ਤਾਂ ਕੀ ਹੋਊਗਾ, ਇੱਕ ਵਾਟਰ ਕੰਟੈਂਟ ਐਦਾਂ ਦਾ ਆਊਗਾ ਜਿੱਥੇ ਜਾ ਕੇ ਸੋਇਲ ਹੁਣ ਪਲਾਸਟਿਕ ਵੀ ਨਹੀਂ ਰਹੂਗੀ, ਪਲਾਸਟਿਕ ਤੋਂ ਵੀ ਵੀਕ ਹੋ ਜੂਗੀ। ਪਲਾਸਟਿਕ ਤੋਂ ਬਾਅਦ ਸੋਇਲ ਐਂਟਰ ਕਰਦੀ ਹੈ ਲਿਕੁਇਡ ਫੇਜ਼ ਦੇ ਵਿੱਚ। ਲਿਕੁਇਡ ਫੇਜ਼ ਦੇ ਵਿੱਚ ਕੀ ਮਤਲਬ ਹੋਊਗਾ, ਇਹ ਤਿੰਨੇ ਕੇਸਿਸ ਦੇ ਵਿੱਚ ਆਪਾਂ ਕੀ ਪੜ੍ਹ ਰਹੇ ਸੀ ਵੀ ਸੋਇਲ ਦੇ ਵਿੱਚ ਵਾਟਰ ਹੈ। ਕਲੀਅਰ? ਬਟ ਹੁਣ ਲਿਕੁਇਡ ਫੇਜ਼ ਦੇ ਵਿੱਚ ਵਾਟਰ ਦੀ ਅਮਾਉਂਟ ਇੰਨੀ ਜ਼ਿਆਦਾ ਵੱਧ ਜੂਗੀ ਵੀ ਆਪਾਂ ਉਹਨੂੰ ਕੀ ਕਹਾਂਗੇ ਵੀ ਸੋਇਲ ਦੇ ਵਿੱਚ ਵਾਟਰ ਨਹੀਂ ਹੈਗਾ, ਵਾਟਰ ਦੇ ਵਿੱਚ ਸੋਇਲ ਹੈ। ਕਲੀਅਰ? ਫਿਰ ਤੋਂ ਇੱਕ ਵਾਰ ਐਕਸਪਲੇਨ ਕਰਦੇ ਹਾਂ। ਹੁਣ ਬੈਕ ਤੋਂ ਲਾ ਕੇ ਐਕਸਪਲੇਨ ਕਰਦੇ ਹਾਂ ਇਹਨੂੰ। ਸਭ ਤੋਂ ਪਹਿਲਾਂ ਕੀ ਹੋਇਆ, ਬਹੁਤ ਜ਼ਿਆਦਾ ਵਾਟਰ ਹੈ,
बहुत ज़्यादा वाटर दे विच थोड़ी थोड़ी सॉइल है, यानी कि सॉइल के पार्टिकल्स सस्पेंडेड फॉर्म च है वाटर दे विच। क्लीयर? तो यानी कि सॉइल की करूगी एज ए लिक्विड बिहेव करूगी। जदों भी कोई मटीरियल लिक्विड वांगू बिहेव करता तो उसकी जिहड़ी शीयर स्ट्रेंथ होंदी है वो जीरो होंदी है। आप एफएम दे विच पढ़ते हुंदे हैं। तो सॉइल एज ए लिक्विड बिहेव करन लग गई, यानी कि उसकी शीयर स्ट्रेंथ भी की होगी, जीरो होगी। मैं थोड़ा थोड़ा वाटर कंटेंट घटाना शुरू किया। जिमें जिमें मैं वाटर कंटेंट घटाउंदा चला गया तो एक वाटर कंटेंट तो जिमें ही वाटर कंटेंट घटिया नाल दी नाल सॉइल हुण प्लास्टिक फेस च एंटर कर गई। प्लास्टिक फेस च एंटर करन तो मतलब की है भी हुण मैं सॉइल नूं मोल्ड करके डिफॉर्म करके कोई भी शेप दे सकता है। क्लीयर? तो इत्थे सॉइल किहदे च एंटर कर गई? प्लास्टिक फेस दे विच। प्लास्टिक फेस तो भी जे मैं होर वाटर कंटेंट घटाया तो सॉइल सैमी सॉलिड शेप च आ गई। सैमी सॉलिड तो मतलब की है जिवें आपां जैली शेप देखते हैं ना, तो सारिआं नूं जैली पता होगा की हुंदी है, तो वो जैली शेप च आ जाती है सैमी सॉलिड। जे मैं उस तो भी वाटर कंटेंट घटाऊंगा तो फिर की होगी? सॉइल सॉलिड फेस च एंटर कर जूगी एज अ सॉलिड मटीरियल जिवें आपां नैचुरली देखते हैं। क्लीयर होया? तो इहदे विच जे आपां इहनूं डिफाइन करते हैं लिमिट्स के बेस के उपर, जदों सॉइल प्लास्टिक तो लिक्विड फेस च एंटर करती है उन्होंने आपां बोलते हैं लिक्विड लिमिट। लिक्विड लिमिट, लिक्विड लिमिट। क्लीयर? जदों सॉइल प्लास्टिक फेस दे विच एंटर करती है इस बाउंड्री नूं आपां बोलते हैं WP, ये हुंदी है प्लास्टिक लिमिट। जदों सॉइल सॉलिड तो सैमी सॉलिड च एंटर करती है इनू बोलते हैं आपां श्रिंकेज लिमिट। श्रिंकेज लिमिट। क्लियर? हुण आपां इहदियां कुछ डिफाइन करने की कोशिश करते हैं, डेफिनेशंस बनाउण की कोशिश करते हैं इस ग्राफ तो। लिक्विड लिमिट की होगी? लिक्विड लिमिट वो वाटर कंटेंट होगा, लिक्विड लिमिट वो वाटर कंटेंट होगा जिस तो जस्ट बाद सॉइल की बन जाती है, लिक्विड बन जाती है। जां आपां ये कह सकते हैं लिक्विड लिमिट वो मिनिमम वाटर कंटेंट है, लिक्विड लिमिट वो मिनिमम वाटर कंटेंट है जिथे सॉइल एज अ लिक्विड बिहेव करना शुरू कर देती है। लिक्विड लिमिट वो मिनिमम वाटर कंटेंट है जिथे सॉइल लिक्विड वांगू बिहेव करना शुरू कर देती है। इस तो बाद जिन्ना भी वाटर कंटेंट होगा सॉइल हमेशा एज ए लिक्विड ही बिहेव करूगी। क्लियर? हुण आपां जे प्लास्टिक लिमिट देखिए तो प्लास्टिक लिमिट की है? प्लास्टिक लिमिट एक वो वाटर कंटेंट है जिथों सॉइल सैमी सॉलिड तो प्लास्टिक फेस च एंटर करती है। जो आपां ये कह सकते हैं प्लास्टिक लिमिट एक वो वाटर कंटेंट है जिस तो बाद आपां सॉइल नूं ईजिली किसी भी शेप च डिफॉर्म कर सकते हैं। प्लास्टिक लिमिट इज दैट वाटर कंटेंट आफ्टर विच सॉइल कैन बी ईजिली डिफॉर्म्ड इनटू एनी शेप। क्लियर? जे मैं श्रिंकेज लिमिट की गल करा तो जे श्रिंकेज लिमिट तो बाद की होया वॉल्यूम घटना बंद हो गया। जिवें जिवें आपां वाटर कंटेंट घटाउंदे गए वॉल्यूम की हो गया? कांस्टेंट हो गया। यानी कि श्रिंकेज लिमिट is that water content after which the soil volume becomes constant। जहां आपां ये कह सकते हैं shrinkage limit is that water content below which further reduction in water content causes no change in volume। की कह सकते हैं आपां shrinkage limit एक वो water content है जिस तो बाद water content घटाउण दे नाल भी वॉल्यूम नूं कोई भी फर्क नहीं पैंदा। क्लीयर होया? ये सारियां लिमिट्स डिफाइन कीतियां सी अटरबर्ग ने। अटरबर्ग ने इन्हां लिमिट्स नूं डिफाइन करन दे लई कुछ टेस्ट प्रोवाइड कीते सीगे। क्लीयर? तां हुण सब तो पहला जे आपां लिक्विड लिमिट वाला टेस्ट पढ़िए, लिक्विड लिमिट वाले टेस्ट की जे आपां गल करिए इस तो नैक्सट थोड़ी स्क्रीन के ऊपर एक अपरेटस की इमेज आएगी जो कि लिक्विड लिमिट का टेस्ट अपरेटस है। इस लिक्विड लिमिट टेस्ट अपरेटस दे विच आपां की करदे आ, जिहड़ा तुहाडे कोल अपरेटस शो किया गया हैगा, इहदे विच जिहड़ी सर्कुलर वाला अपरेटस है, जिहड़ी कॉली शेप्ड स्ट्रक्चर है ना, उहदे विच आपां की करदे आ सॉइल लैंदे आ। उस सॉइल दे विच वाटर ऐड करना शुरू करदे आ थोड़ा थोड़ा करके।
वाटर ऐड करते जाते हैं, पहला एक वाटर कंटेंट लेंदे ने, फिर की करते हैं जो हैंडल होंदा उहनूं घुमाउणा शुरू करते हैं। जिमें जिमें वो हैंडल घुमाते चले जाते हैं तो वो नंबर ऑफ ब्लोज नाल जिहड़ा वो कॉली वाला अपरेटस हुंदा वो निचले सरफेस के उपर, निचली रबर के उपर स्ट्राइक करता है बार बार। जिमें जिमें वो स्ट्राइक करूगा तो वो जी अपनी सॉयल होगी ज्वाइन होना शुरू होगी लाइक दिस। जी मैं टॉप व्यू दिखावा थोड़ा उस अपरेटस का, कुछ इस तरीके का अपरेटस है। ये इधरली साइड से एक हैंडल लग्या हुआ है, ये आप सॉयल फिल की लाइक दिस। ये सॉयल का कुछ वाटर कंटेंट होगा, सॉयल फिल करके फिर वो सेंटर के उपर एक कट लगा देंगे हैं। जिवें तुहानूं वो ग्रूविंग टूल दिखाया गया सीगा फोटो के विच प्रेजेंट सीगा टूल, तो ये कट लगा देंगे उस स्टैंडर्ड टूल के नाल। कैसा ग्रैंडेज अपरेटस बोलते हैं आप इसनूं, वो टूल में कैसा ग्रैंडेज टूल भी बोलते हैं। एक ASTM यानी कि अमेरिकन स्टैंडर्ड टूल आता है, उन्होंने भी आप यूज़ करते हैं। आप मोस्टली इंडिया के कैसा ग्रैंडेज टूल ही प्रैफर करते हैं। तो ये अपरेटस के सॉयल में फिल किया, उपरों सरफेस वो लैवल किया, फिर ये साइड के उपर अपना हैंडल लग्या होंगे आप गोल गोल घुमा के इस अपरेटस को निचले सरफेस से स्ट्राइक करना शुरू करते हैं। जिमें जिमें ये निचले सरफेस से स्ट्राइक करूगा तो जी भी सॉयल के आप इतने कट लगाया सीगा, ये सॉयल हुण एक दूजे वाल मूव करना शुरू करूगी हौली हौली। क्लीयर। एक नंबर ऑफ ब्लोज ऐदा का होगा जिथे जाके ये जस्ट सॉयल की करूगी ज्वाइन कर जूगी। क्लीयर। तो आप लैट कर लिया भी कोई W1 वाटर कंटेंट सीगा जिससे जाके इन्हें N1 नंबर ऑफ ब्लोज ले। क्लीयर। कोई W2 वाटर कंटेंट सीगा जिथे जाके इन्हें N2 नंबर ऑफ ब्लोज ले। तो मैं एक ग्राफ प्लॉट कर सकता इन्हां दा ईजीली। इधरले पासे आ गए मेरे नंबर ऑफ ब्लोज, इधरली साइड पे आप रखते हैं N, इधरले पासे आप रखते हैं वाटर कंटेंट। क्लीयर। जे वाटर कंटेंट ज्यादा होगा तो उन्ना ही सॉयल जल्दी ज्वाइन कर जूगी, जिन्ना वाटर कंटेंट घट होगा उन्ना ही सॉयल में ज्वाइन होने के लगूगा टाइम ज्यादा लगूगा इस केस दे विच। तो यानी कि मेरा ग्राफ कुछ इस तरीके नाल बनदा हुंदा है। निचली साइड से जिहड़ा आप N रखते हुंदे हैं, इहदी लॉग वाली वैल्यू हुंदी है। जिहड़ा इत्थे N वाला अपना वेरीएबल हुंदा है, नंबर ऑफ ब्लोज का वेरीएबल हुंदा है, ਉਹਦਾ लॉग रखा जाता है नीचे। जो आप इसका ग्राफ फॉर्म करांगे तो ग्राफ कुछ इस तरीके ਨਾਲ ਬਣੂਗਾ। ਹੁਣ ਇਹਦੇ ਵਿੱਚ ਲਿਕੁਇਡ ਲਿਮਿਟ ਕਿੱਥੇ ਹੁੰਦੀ ਹੈ? लिक्विड लिमिट इज दैट वाटर कंटेंट, लिक्विड लिमिट इनमें WL लिख लेना। लिक्विड लिमिट इज दैट वाटर कंटेंट जिस थां दे ऊपर N की वैल्यू एग्जैक्टली 25 होएगी। N की वैल्यू कितनी होगी? 25। यानी कि जे मैं प्रैक्टिकल डेफिनेशन ऑफ लिक्विड लिमिट लिखनी हो तो लिक्विड लिमिट की प्रैक्टिकल डेफिनेशन की होगी? लिक्विड लिमिट इज दैट वाटर कंटेंट in which the soil placed in standard Casagrande apparatus, in which a soil placed in standard Casagrande apparatus joins after exactly 25 blows। लिक्विड लिमिट एक ओह लिक्विड लिमिट है ਜਾਂ ਉਹ ਵਾਟਰ ਕੰਟੈਂਟ ਦੀ ਵੈਲਿਊ ਹੈ ਜਿੱਥੇ ਜਿਹੜੀ ਸੋਇਲ ਨੂੰ ਜਦੋਂ ਆਪਾਂ Casagrande apparatus ਚ ਪਲੇਸ ਕਰਦੇ ਹਾਂ ਉਹ ਐਗਜ਼ੈਕਟਲੀ 25 ਬਲੋਸ ਤੋਂ ਬਾਅਦ ਕੀ ਹੋ ਜਾਂਦੀ ਹੈ ਦੁਬਾਰਾ ਤੋਂ ਜੁਆਇਨ ਹੋ ਜਾਂਦੀ ਹੈ 25 ਬਲੋਸ। ਕਲੀਅਰ ਹੋਈ ਲਿਕੁਇਡ ਲਿਮਿਟ ਦੀ ਡੈਫੀਨੇਸ਼ਨ। ਇਹਦੇ ਵਿੱਚ ਇੰਪੋਰਟੈਂਟ ਕੀ ਹੈ Casagrande apparatus यूज करते हैं, एक ਵਿੱਚ ਕੱਟ ਲਗਾਉਂਦੇ ਆ, ਕੱਟ ਕਿੰਨੇ ਬਲੋਸ ਬਾਅਦ ਜੁਆਇਨ ਹੋਣਾ ਚਾਹੀਦਾ 25 ਬਲੋਸ ਬਾਅਦ। ਕਲੀਅਰ ਹੋ ਗਿਆ। ਨੈਕਸਟ ਆਪਾਂ ਮੂਵ ਕਰਦੇ ਹਾਂ ਪਲਾਸਟਿਕ ਲਿਮਿਟ ਦੇ ਉੱਪਰ। ਜਿਵੇਂ ਪਲਾਸਟਿਕ ਲਿਮਿਟ ਦੀ ਪ੍ਰੈਕਟੀਕਲ ਡੈਫੀਨੇਸ਼ਨ ਬਣਾਉਣੀ ਹੋਵੇ ਇਹ ਐਜ਼ ਕੰਪੇਅਰ ਟੂ ਲਿਕੁਇਡ ਲਿਮਿਟ ਬਹੁਤ ਸੌਖੀ ਹੁੰਦੀ ਹੈ। ਪਲਾਸਟਿਕ ਲਿਮਿਟ ਦੀ ਡੈਫੀਨੇਸ਼ਨ ਪਲਾਸਟਿਕ ਲਿਮਿਟ ਦੇ ਵਿੱਚ ਆਪਾਂ ਕੀ ਕਰਦੇ ਹਾਂ ਪਲਾਸਟਿਕ ਲਿਮਿਟ ਦੇ ਵਿੱਚ ਕੀ ਕਰਦੇ ਹਨ ਸੋਇਲ ਲੈ ਲੈਂਦੇ ਨੇ, ਮੋਸਟਲੀ ਕਲੀ ਸੋਇਲ ਦੀਆਂ ਹੀ ਡਿਫਾਈਨਡ ਹੁੰਦੀਆਂ ਨੇ ਇਹ ਲਿਮਿਟਸ। ਤਾਂ ਸੋਇਲ ਲੈ ਕੇ ਉਹਦਾ ਥ੍ਰੈਡ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਥ੍ਰੈਡ ਕਿੰਨਾ 3 mm ਡਾਇਆ ਦਾ ਇੱਕ ਥ੍ਰੈਡ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਤਾਂ ਜਿਵੇਂ ਜਿਵੇਂ ਤੁਸੀਂ ਦੇਖੋਗੇ ਵੀ ਜੇ ਵਾਟਰ ਕੰਟੈਂਟ ਜ਼ਿਆਦਾ ਹੋਊਗਾ ਤਾਂ ਥ੍ਰੈਡ ਪਹਿਲਾਂ ਹੀ ਕਰੰਬਲ ਕਰ ਜੂਗਾ, ਪਹਿਲਾਂ ਹੀ ਟੁੱਟ ਜੂਗਾ ਥ੍ਰੈਡ ਹੋਊਗਾ ਜਿਹੜਾ। ਫਿਰ ਜਿਵੇਂ ਜਿਵੇਂ ਆਪਾਂ ਉਹਦੇ ਵਿੱਚ ਵਾਟਰ ਕੰਟੈਂਟ ਵਧਾਉਂਦੇ ਚਲੇ ਜਾਵਾਂਗੇ ਉਹ ਥ੍ਰੈਡ ਨੂੰ ਬਣਾਉਣਾ ਈਜ਼ੀ ਹੁੰਦਾ ਜਾਊਗਾ।
ਤਾਂ ਪਲਾਸਟਿਕ ਲਿਮਿਟ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ? ਪਲਾਸਟਿਕ ਲਿਮਿਟ ਇਜ਼ ਦੈਟ ਵਾਟਰ ਕੰਟੈਂਟ ਜਿੱਥੇ 3 mm ਲੌਂਗ ਥ੍ਰੈਡ ਜਿਹੜਾ ਹੁੰਦਾ ਹੈ, ਯਾਨੀ ਕਿ 3 mm ਮੋਟਾ ਜਿਹੜਾ ਥ੍ਰੈਡ ਹੋਊਗਾ ਉਹ ਜਸਟ ਫਾਰਮ ਹੋਊਗਾ। ਕਲੀਅਰ? ਜਾਂ ਆਪਾਂ ਇਹ ਕਹਿ ਸਕਦੇ ਹਾਂ ਪਲਾਸਟਿਕ ਲਿਮਿਟ ਇਜ਼ ਦੈਟ ਵਾਟਰ ਕੰਟੈਂਟ at which a thread of 3 mm dia just begins to crumble। ਉਹ ਵਾਟਰ ਕੰਟੈਂਟ ਹੁੰਦਾ ਹੈ ਜਿੱਥੇ 3 mm ਮੋਟਾ ਜਿਹੜਾ ਥ੍ਰੈਡ ਹੋਊਗਾ ਉਹ ਜਸਟ ਕਰੰਬਲ ਕਰਨਾ ਸ਼ੁਰੂ ਕਰੂਗਾ। ਜਸਟ ਕਰੰਬਲ ਕਰਨਾ ਕੀ ਕਰੂਗਾ? ਸ਼ੁਰੂ ਕਰੂਗਾ। ਕਲੀਅਰ? ਇਹ ਸੀ ਪਲਾਸਟਿਕ ਲਿਮਿਟ। ਜੇ ਆਪਾਂ ਸ਼ਰਿੰਕੇਜ ਲਿਮਿਟ ਦੀ ਗੱਲ ਕਰੀਏ, ਸ਼ਰਿੰਕੇਜ ਲਿਮਿਟ ਦੇ ਵਿੱਚ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਸ਼ਰਿੰਕੇਜ ਲਿਮਿਟ ਇੱਕ ਸੌਖਾ ਜਿਹਾ ਲਿਮਿਟ ਦਾ ਕੇਸ ਹੈ। ਕਿਵੇਂ? ਕਿਉਂਕਿ ਇਹਦੇ ਵਿੱਚ ਵਾਟਰ ਕੰਟੈਂਟ ਘਟਦਾ ਜਾ ਰਿਹਾ ਹੈ। ਸ਼ਰਿੰਕੇਜ ਲਿਮਿਟ ਦੇ ਉੱਤੇ ਜਸਟ ਜਾ ਕੇ ਵਾਟਰ ਕੰਟੈਂਟ ਘਟਣਾ ਬੰਦ ਹੋ ਗਿਆ। ਤਾਂ ਸ਼ਰਿੰਕੇਜ ਲਿਮਿਟ ਦੇ ਵਿੱਚ ਆਪਾਂ ਹੀ ਕਰਾਂਗੇ, ਵਾਟਰ ਪਹਿਲਾਂ ਜ਼ਿਆਦਾ ਪਾ ਦਾਂਗੇ, ਉਹਨੂੰ ਘਟਾਉਂਦੇ ਚਲੇ ਜਾਵਾਂਗੇ। ਜਿਸ ਵਾਟਰ ਕੰਟੈਂਟ ਤੇ ਜਾ ਕੇ ਫਰਦਰ ਵੋਲਿਊਮ ਘਟਣਾ ਬੰਦ ਹੋ ਜਾਊਗਾ ਉਹਨੂੰ ਕੀ ਬੋਲ ਦਾਂਗੇ ਆਪਾਂ? ਸ਼ਰਿੰਕੇਜ ਲਿਮਿਟ। ਕਲੀਅਰ? ਜੇ ਆਪਾਂ ਇਹਦੇ ਵਿੱਚ ਸਾਰੀਆਂ ਲਿਮਿਟਸ ਦੇ ਵਿੱਚ ਇੱਕ ਗੱਲ ਧਿਆਨ ਦਈਏ, ਜੇ ਮੈਂ ਆਹ ਵਾਲੇ ਫੇਜ਼ ਤੱਕ ਦੀ ਗੱਲ ਕਰਾਂ, ਇਸ ਫੇਜ਼ ਦੀ ਗੱਲ ਕਰਾਂ, ਤਾਂ ਇਹ ਸਾਰੇ ਫੇਜ਼ ਦੇ ਵਿੱਚ ਸੋਇਲ ਹਲੇ ਕੰਪਲੀਟਲੀ ਸੈਚੂਰੇਟ ਨਹੀਂ ਹੋਈ, ਸੋਇਲ ਦੀਆਂ ਵੋਇਡਸ ਹੀ ਭਰ ਰਹੀਆਂ ਸੀਗੀਆਂ, ਯਾਨੀ ਕਿ ਇਸ ਸਾਰੇ ਕੇਸ ਦੇ ਵਿੱਚ S <1 ਸੀ। ਡਿਗਰੀ ਆਫ ਸੈਚੂਰੇਸ਼ਨ ਕੀ ਸੀ? <1 ਸੀਗੀ। ਪਰ ਜੇ ਮੈਂ ਇਧਰਲੇ ਕੇਸਿਸ ਦੀ ਗੱਲ ਕਰਾਂ, ਸੈਮੀ ਸੋਲਿਡਸ ਵਾਲਾ, ਪਲਾਸਟਿਕ ਵਾਲਾ, ਲਿਕੁਇਡ ਵਾਲੇ ਕੇਸ ਦੀ ਗੱਲ ਕਰਾਂ, ਤਾਂ ਇਹਦੇ ਵਿੱਚ ਆਪਾਂ ਵਾਟਰ ਕੰਟੈਂਟ ਨੂੰ ਸ਼ਰਿੰਕੇਜ ਲਿਮਿਟ ਤੋਂ ਵਧਾਤਾ। ਸ਼ਰਿੰਕੇਜ ਲਿਮਿਟ ਕੀ ਸੀਗੀ? ਜਿੱਥੇ ਜਸਟ ਸੋਇਲ ਫੁਲੀ ਸੈਚੂਰੇਟ ਹੋਈ, ਉਸ ਤੋਂ ਬਾਅਦ ਜਿਵੇਂ ਤੁਸੀਂ ਜ਼ਿਆਦਾ ਵੋਲਿਊਮ ਵਧਾਉਣਾ ਸ਼ੁਰੂ ਕਰਤਾ ਉਹਦੇ ਨਾਲ ਵਾਟਰ ਦੇ ਨਾਲ ਵੋਲਿਊਮ ਵੀ ਵੱਧਦਾ ਗਿਆ ਤੇ ਵਾਟਰ ਦੀ ਅਮਾਉਂਟ ਵੀ ਵੱਧਦੀ ਚਲੀ ਗਈ। ਤਾਂ ਯਾਨੀ ਕਿ ਸੈਮੀ ਸੋਲਿਡਸ, ਪਲਾਸਟਿਕ ਤੇ ਲਿਕੁਇਡਸ, ਇਹ ਸਾਰੇ ਕੇਸਿਸ ਦੇ ਵਿੱਚ S ਦੀ ਵੈਲਿਊ ਕਿੰਨੀ ਸੀ? 1। ਸੋਇਲ ਕੰਪਲੀਟਲੀ ਸੈਚੂਰੇਟ ਸੀ ਇਨ ਥੀਸ ਕੇਸਿਸ। ਕਲੀਅਰ? ਲਿਕੁਇਡ ਲਿਮਿਟ, ਪਲਾਸਟਿਕ ਲਿਮਿਟ ਤੇ ਸ਼ਰਿੰਕੇਜ ਲਿਮਿਟ ਇਹ ਬਹੁਤ ਇੰਪੋਰਟੈਂਟ ਟੌਪਿਕਸ ਨੇ ਫॉर द JEE ਪਰਪਸ, SDO ਪਰਪਸ। ਇਹਨਾਂ ਟੌਪਿਕਸ ਨੂੰ ਤੁਸੀਂ ਧਿਆਨ 'ਚ ਰੱਖੋਗੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਕੱਲੇ ਹੀ ਗ੍ਰਾਫਸ ਤੇ ਇਹਨਾਂ ਦੀਆਂ ਬੇਸਿਕ ਡੈਫੀਨੇਸ਼ਨਸ ਹੀ ਪੜ੍ਹਨੀਆਂ ਸੀਗੀਆਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਹਦੇ ਰਿਲੇਟਡ ਜਿਹੜੇ ਇੰਡਿਸਿਸ ਵਗੈਰਾ ਹੁੰਦੇ ਨੇ ਉਹਨਾਂ ਸਾਰਿਆਂ ਦੀ ਗੱਲ ਕਰਾਂਗੇ ਤੇ ਨਾਲ ਹੀ ਇਸ ਚੈਪਟਰ ਨੂੰ ਆਪਾਂ ਕੰਪਲੀਟ ਵੀ ਕਰਾਂਗੇ। ਕਲੀਅਰ? ਤਾਂ ਧਿਆਨ ਦਿਓ, ਲਿਕੁਇਡ ਲਿਮਿਟ, ਪਲਾਸਟਿਕ ਲਿਮਿਟ ਤੇ ਸ਼ਰਿੰਕੇਜ ਲਿਮਿਟ ਇਹਨਾਂ ਨੂੰ ਧਿਆਨ 'ਚ ਰੱਖਣ ਦੀ ਕੋਸ਼ਿਸ਼ ਕਰਿਓ। ਸਭ ਤੋਂ ਇੰਪੋਰਟੈਂਟ ਇਹ ਗ੍ਰਾਫ ਹੈ। ਇਸ ਗ੍ਰਾਫ ਦੇ ਵਿੱਚੋਂ ਮੋਸਟਲੀ ਕੁਐਸਚਨਸ ਪੇਪਰ 'ਚ ਪੁੱਛੇ ਜਾਂਦੇ ਨੇ। ਇਸ ਚੈਪਟਰ ਦਾ ਜਿਸ ਕਹਿ ਦਈਏ ਵੀ ਸਭ ਤੋਂ ਇੰਪੋਰਟੈਂਟ ਟੌਪਿਕ ਇਹੀ ਨੇ ਤੇ ਇਹਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੋਊਗੀ। ਤਾਂ ਇਹ ਇੱਕ ਜੈਨੂਇਨ ਚੀਜ਼ ਆ। ਤਾਂ ਹੁਣ ਇਸ ਤੋਂ ਬਾਅਦ ਨੈਕਸਟ ਵੀਡੀਓ ਦੇ ਵਿੱਚ ਆਪਾਂ ਅਗਲੇ ਟੌਪਿਕ ਡਿਸਕਸ ਕਰਾਂਗੇ। ਜਿਨ੍ਹਾਂ ਵੀ ਸਟੂਡੈਂਟਸ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਿਓ। ਜੇ ਕੋਈ ਪ੍ਰੋਬਲਮ ਆਈ ਕਿਸੇ ਟੌਪਿਕ ਦੇ ਵਿੱਚ ਤਾਂ ਤੁਸੀਂ ਕਮੈਂਟ ਦੇ ਵਿੱਚ ਮੈਂਸ਼ਨ ਕਰ ਸਕਦੇ ਹੋ। WhatsApp ਐਂਡ Telegram ਚੈਨਲ ਦੇ ਵਿੱਚ ਵੀ ਦੱਸ ਸਕਦੇ ਹੋ। ਥੈਂਕ ਯੂ ਵੈਰੀ ਮਚ।